हाँ जी दोस्तों, चाणक्य एजुकेशन अकैडमी बरनाला 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੋਲੀਟੀਕਲ ਦੇ ਕੁਐਸਚਨ ਕਰਾਂਗੇ। ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਤੋਂ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਦੇ ਮਨ ਅਤੇ ਆਦਰਸ਼ਾਂ ਦੀ ਝਲਕ ਮਿਲਦੀ ਆ। ਇਹ ਪ੍ਰਸਤਾਵਨਾ ਵਿੱਚ, ਬੀ ਮੂਲ ਅਧਿਕਾਰਾਂ ਵਿੱਚ, ਸੀ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ 'ਚ, ਡੀ ਸੁਤੰਤਰ ਨਿਆਂਪਾਲਿਕਾ ਦੇ ਵਿੱਚ। ਇਹਦਾ ਸਹੀ ਆਨਸਰ ਹੈ ਜੀ ਇਹ ਪ੍ਰਸਤਾਵਨਾ ਦੇ ਵਿੱਚ। ਅਗਲਾ ਕੁਐਸਚਨ ਕਰਦੇ ਹਾਂ। ਪ੍ਰਸਤਾਵਨਾ ਵਿੱਚ ਸੁਤੰਤਰਤਾ, ਸਮਾਨਤਾ, ਭਾਈਚਾਰਾ, ਉਦੇਸ਼ਾਂ ਨੂੰ ਜੋੜਨ ਦੀ ਪ੍ਰੇਰਨਾ ਇਹ ਫਰਾਂਸ ਕ੍ਰਾਂਤੀ ਤੋਂ ਮਿਲੀ ਆ, ਬੀ ਰੂਸੀ ਕ੍ਰਾਂਤੀ ਤੋਂ ਮਿਲੀ ਆ, ਸੀ ਅਮਰੀਕਾ ਦੇ ਸੁਤੰਤਰਤਾ ਘੋਸ਼ਣਾ ਤੋਂ ਮਿਲੀ ਆ, ਡੀ ਸੰਯੁਕਤ ਰਾਸ਼ਟਰ ਦੇ ਚਾਰਟਰ ਤੋਂ ਮਿਲੀ ਆ। ਕਿੱਥੋਂ ਮਿਲੀ ਆ ਜੀ? ਫਰਾਂਸ ਕ੍ਰਾਂਤੀ ਤੋਂ। ਅਗਲਾ ਕੁਐਸਚਨ ਕਰਦੇ ਹਾਂ। ਕਿਸ ਵਿੱਚ ਭਾਰਤ ਨੂੰ ਧਰਮ ਨਿਰਪੱਖਤਾ ਰਾਜ ਦੱਸਿਆ ਗਿਆ ਹੈ? ਮੂਲ ਅਧਿਕਾਰਾਂ ਵਿੱਚ, 9ਵੀਂ ਸੂਚੀ ਵਿੱਚ, ਨਿਰਦੇਸ਼ਕ ਸਿਧਾਂਤਾਂ ਦੇ ਵਿੱਚ, ਜਾਂ ਫਿਰ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ। ਇਹਦਾ ਸਹੀ ਆਨਸਰ ਹੈ ਜੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ। ਚੌਥਾ ਕੁਐਸਚਨ ਕਰਦੇ ਹਾਂ। ਭਾਰਤੀ ਸੰਵਿਧਾਨ ਦੀ ਆਤਮਾ ਕਿਸ ਨੂੰ ਕਿਹਾ ਗਿਆ ਹੈ? ਮੂਲ ਅਧਿਕਾਰਾਂ ਵਿੱਚ, ਏ, ਬੀ 9ਵੀਂ ਸੂਚੀ ਦੇ ਵਿੱਚ, ਸੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ, ਡੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ। ਇਹਦਾ ਸਹੀ ਆਨਸਰ ਹੈ ਜੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ, ਸੀ। ਅਗਲਾ ਕੁਐਸਚਨ ਆ, ਕਿਹੜੇ ਸ਼ਬਦ ਮੂਲ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਸੀ? ਪਹਿਲਾ ਸਮਾਜਵਾਦ, ਦੂਜਾ ਧਰਮ ਨਿਰਪੇਖ, ਤੀਸਰਾ ਅਖੰਡਤਾ, ਚੌਥਾ ਗਣਰਾਜ। ਕਿਹੜੇ ਕਿਹੜੇ ਆ ਜੀ? ਇਹਦਾ ਸਹੀ ਆਨਸਰ ਆ ਪਹਿਲਾ, ਦੂਜਾ, ਤੀਜਾ ਭਾਰਤ ਦੇ ਮੂਲ ਸੰਵਿਧਾਨ ਦੇ ਵਿੱਚ ਨਹੀਂ ਸੀ। ਅਗਲਾ ਕੁਐਸਚਨ ਆ 6ਵਾਂ। ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਭਾਰਤੀ ਸੰਵਿਧਾਨ ਦੇ ਲੱਛਣ ਸਪਸ਼ਟ ਕੀਤੇ ਗਏ ਹਨ? ਇਹ ਮੌਲਿਕ ਅਧਿਕਾਰ ਭਾਗ 3 ਦੇ ਵਿੱਚ, ਪ੍ਰਸਤਾਵਨਾ ਦੇ ਵਿੱਚ, ਸੀ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ, ਭਾਗ 4 ਦੇ ਵਿੱਚ, ਡੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਇਹਦਾ ਸਹੀ ਆਨਸਰ ਕੀ ਹੈ ਜੀ? ਪ੍ਰਸਤਾਵਨਾ ਦੇ ਵਿੱਚ। 7ਵਾਂ ਕੁਐਸਚਨ ਕਰਦੇ ਹਾਂ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਸ ਦਾ ਉਲੇਖ ਨਹੀਂ ਹੈ? ਏ ਨਿਆਂ ਦਾ, ਬੀ ਭਰਾਤਰੀ ਭਾਵ ਦਾ, ਸੀ ਮਤ ਅਧਿਕਾਰ ਦਾ, ਡੀ ਸਥਿਤੀ ਦੀ ਸਮਾਨਤਾ ਦਾ। ਇਹਦਾ ਸਹੀ ਆਨਸਰ ਕੀ ਹੈ ਜੀ? ਮਤ ਅਧਿਕਾਰ ਦਾ। ਅਗਲਾ ਕੁਐਸਚਨ ਕਰਦੇ ਹਾਂ 8ਵਾਂ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਆਰੰਭ ਹੁੰਦੀ ਆ ਏ ਪ੍ਰਜਾਤੰਤਰੀ ਭਾਰਤ ਸ਼ਬਦਾਂ ਤੋਂ, ਜਨਤਾ ਦੇ ਜਨਤਕ ਤੰਤਰ ਤੋਂ, ਜਨਤਾ ਦੇ ਲੋਕਤੰਤਰੀ ਸ਼ਬਦਾਂ ਤੋਂ, ਅਸੀਂ ਭਾਰਤ ਦੇ ਲੋਕ ਸ਼ਬਦਾਂ ਤੋਂ। ਇਹਦਾ ਸਹੀ ਆਨਸਰ ਕਿਹੜਾ ਜੀ? ਡੀ। ਅਗਲਾ ਕਰਦੇ ਹਾਂ। ਕਿਹੜਾ ਸ਼ਬਦ ਭਾਰਤੀ ਸੰਵਿਧਾਨ ਵਿੱਚ ਨਹੀਂ ਹੈ? ਏ ਸਮਾਜਵਾਦੀ, ਬੀ ਪੰਥ ਨਿਰਪੇਖ, ਸੀ ਪ੍ਰਭੂ ਸੱਤਾ ਸੰਪੰਨ, ਡੀ ਲੋਕ ਕਲਿਆਣ। ਇਹਦਾ ਸਹੀ ਆਨਸਰ ਕੀ ਹੈਗਾ? ਡੀ
लोक कल्याण। अगला क्वेश्चन करते हैं 10वां, किहड़ा शब्द 1975 ਵਿੱਚ ਭਾਰਤੀ ਸੰਵਿਧਾਨ ਵਿੱਚ शामिल नहीं सी? ए भाईचारा, बी संप्रभुता, सी समानता, डी अखंडता। इसका सही आंसर की है जी अखंडता। अगला क्वेश्चन करते हैं 12वां, भारतीय संविधान की प्रस्तावना में भारत नूं किस रूप में घोषित किया गया है? ए एक समाजवादी प्रजातंत्र विच, बी प्रजातंत्री दे विच, सी समाजवादी धर्मनिरपेक्ष ते प्रजातंत्र दे विच, डी उपरोक्त विचों कोई भी नहीं। किहड़ा आंसर है इहदा? इहदा सही आंसर आ समाजवादी, सी समाजवादी, धर्मनिरपेक्ष ते प्रजातंत्री। 13वां क्वेश्चन आ, भारतीय संविधान विच सिलसिलेवार किहड़ा शब्द है? सिलसिलेवार किहड़ा शब्द आ? इहदा आपां आंसर देखते हैं किहड़ा गा सही। सब तो पहला किहड़ा गा? प्रभु सत्ता संपन्न। इस तो बाद किहड़ा गा? समाजवादी। इस तो बाद धर्मनिरपेक्ष, जनवादी ते गणतंत्र। ਇਹਦਾ ਧਰਮ ਜਿਹੜਾ ਹੈਗਾ ਸਿਲਸਿਲੇਵਾਰ ਸੀਕੁਐਂਸ ਕ੍ਰਮਵਾਰ ਆਂਸਰ ਇਹਦਾ ਸਹੀ ਆਂਸਰ ਕੀ ਆ? ਡੀ ਜੀ। 14ਵਾਂ ਕੁਐਸਚਨ, ਭਾਰਤ ਨੂੰ ਧਰਮ ਨਿਰਪੱਖ ਕੌਣ ਬਣਾਉਂਦਾ ਹੈ? ਇਹ ਮੌਲਿਕ ਅਧਿਕਾਰ, ਬੀ ਸੰਵਿਧਾਨ ਦੀ ਪ੍ਰਸਤਾਵਨਾ, ਸੀ 9ਵੀਂ ਅਨੁਸੂਚੀ, ਡੀ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ। ਇਹਦਾ ਸਹੀ ਆਂਸਰ ਹੈ ਜੀ ਸੰਵਿਧਾਨ ਦੀ ਪ੍ਰਸਤਾਵਨਾ। 15ਵਾਂ ਕੁਐਸਚਨ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਸ ਆਦਰਸ਼ਾਂ ਦੇ ਉਦੇਸ਼ਾਂ ਦੀ ਰੂਪ ਰੇਖਾ ਦਿੱਤੀ ਗਈ ਹੈ? ਉਸ ਦੀ ਵਿਆਖਿਆ ਕੀਤੀ ਗਈ ਹੈ। ਏ ਮੂਲ ਅਧਿਕਾਰਾਂ ਦੇ ਭਾਗ ਵਿੱਚ, ਬੀ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ, ਸੀ ਮੂਲ ਅਧਿਕਾਰ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਅਤੇ ਮੌਲਿਕ ਕਰਤੱਵਾਂ ਦੇ ਵਿੱਚ, ਡੀ ਸੰਵਿਧਾਨ ਦੇ ਪਾਠ ਵਿੱਚ ਨਹੀਂ ਹੈ। ਇਹਦਾ ਸਹੀ ਆਂਸਰ ਕੀ ਹੈ ਜੀ? सी। 16ਵਾਂ ਕੁਐਸਚਨ ਕਰਦੇ ਹਾਂ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹੜੀ ਸੁਤੰਤਰਤਾ ਦਾ ਵਰਣਨ ਨਹੀਂ ਹੈ? ਵਿਚਾਰਾਂ ਦੀ ਸੁਤੰਤਰਤਾ ਏ, ਬੀ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ, ਸੀ ਵਿਸ਼ਵਾਸ ਦੀ ਸੁਤੰਤਰਤਾ, ਡੀ ਆਰਥਿਕ ਸੁਤੰਤਰਤਾ। ਸਹੀ ਆਂਸਰ ਇਹਦਾ ਆਰਥਿਕ ਸੁਤੰਤਰਤਾ। 17ਵਾਂ ਕੁਐਸਚਨ, समाजवादी ਅਤੇ ਧਾਰਮਿਕ ਨਿਰਪੱਖ ਸ਼ਬਦ ਸੰਵਿਧਾਨ ਦੀ ਕਿਹੜੀ ਸੋਧ ਨਾਲ ਜੋੜੇ ਗਏ ਹਨ? ਏ 41ਵੀਂ, ਬੀ 42ਵੀਂ, ਸੀ 43ਵੀਂ, ਡੀ 44ਵੀਂ। ਕਿਹੜੀ ਆ ਗਈ ਸੋਧ ਜੀ? ਬੀ 42ਵੀਂ। ਅਗਲਾ ਕੁਐਸਚਨ ਕਰਦੇ ਹਾਂ 18ਵਾਂ, ਹੁਣ ਤੱਕ ਪ੍ਰਸਤਾਵਨਾ ਵਿੱਚ ਕਿੰਨੀ ਵਾਰ संशोधन किया गया है? ए 1 बार, बी 2 बार, सी 3 बार, डी उपरोक्त विचों कोई भी नहीं। सही आंसर ਇਹਦਾ ਕੀ ਬਣਦਾ ਜੀ? ए 1 बार। अगला क्वेश्चन करते हैं, किस केस विच सर्वोच्च अदालत ने ਇਹ फैसला किया कि प्रस्तावना संविधान का भाग नहीं है? ए बेरूबरी, बी गोकलनाथ, सी केशवानंद भारती, डी उपरोक्त विचों कोई भी नहीं। किहड़ा गा जी? ए बेरूबरी केस। बी, किसने कहा कि प्रस्तावना संविधान का भाग है? ए बेरूबरी बनाम यूनियन ऑफ इंडिया, बी गोकलनाथ बनाम यूनियन ऑफ इंडिया, सी बंबई बनाम यूनियन ऑफ इंडिया, डी उपरोक्त विचों कोई भी नहीं। ਇਹਦਾ आंसर हैगा बी सी बंबई बनाम यूनियन ऑफ इंडिया। 21वां क्वेश्चन आ, 42वीं संविधान सोध विच किहड़ा शब्द जोड़िया गया है? किहड़ा शब्द जोड़िया गया है जी 42वीं संविधान? ए सोशलिस्ट, बी सैकुलर, सी डायनेस्टी, डी इंटरग्रिटी। किहड़ा शब्द है जी?
नहीं जोड़िया गया। क्वेश्चन का क्वेश्चन की हैगा नहीं जोड़िया गया। सी ਇਹਦਾ सही आंसर हैगा। अगला हैगा 22वां क्वेश्चन, ਹੇਠਲਿਆਂ ਵਿੱਚੋਂ ਕਿਹੜੇ ਸ਼ਬਦ 42ਵੀਂ ਸੰਵਿਧਾਨ ਸੋਧ ਦੁਆਰਾ ਜੋੜੇ ਗਏ? ਕਿਹੜੇ ਕਿਹੜੇ ਸ਼ਬਦ ਜੋੜੇ ਗਏ ਨੇ ਸਾਡੇ ਕੋਲੇ, ਤੁਹਾਨੂੰ ਪਤਾ ਹੀ ਆ ਹੁਣ। ਸਮਾਜਵਾਦ ਜੋੜਿਆ ਗਿਆ, ਬੀ ਗ੍ਰਾਮ ਸਮਰਾਜ ਜੋੜਿਆ ਗਿਆ, ਸਵਰਾਜ ਜੋੜਿਆ ਗਿਆ, ਤੀਸਰਾ ਧਰਮ ਨਿਰਪੱਖ, ਚੌਥਾ ਪ੍ਰਭੂ ਸੱਤਾ ਸੰਪੰਨ। ਇਹਦਾ ਸਹੀ ਆਨਸਰ ਕੀ ਬਣਦਾ ਹੈਗਾ? ਪਹਿਲਾ ਤੇ ਤੀਸਰਾ। ਸਮਾਜਵਾਦ ਤੇ ਧਰਮ ਨਿਰਪੱਖ ਸ਼ਬਦ ਨੇ ਜਿਹੜੇ ਜੋੜੇ ਗਏ ਨੇ। ਅੱਗੇ ਆ ਗਿਆ 23ਵਾਂ ਕੁਐਸਚਨ, ਸੰਵਿਧਾਨ ਦੀ ਪ੍ਰਸਤਾਵਨਾ ਬਾਰੇ ਕਿਹੜਾ ਸਹੀ ਹੈ? ਇਹ ਸਮਾਜਵਾਦੀ ਧਰਮ ਨਿਰਪੱਖ ਸ਼ਬਦ 1950 ਵਿੱਚ ਲਾਗੂ ਸੰਵਿਧਾਨ ਵਿੱਚ ਲਾਗੂ ਨਹੀਂ ਸੀ। ਬੀ ਉਪਰੋਕਤ ਸ਼ਬਦ 1977 ਦੇ ਵਿੱਚ ਸੰਵਿਧਾਨ ਵਿੱਚ ਜੋੜੇ ਗਏ। ਸੀ ਉਪਰੋਕਤ ਸ਼ਬਦ 1985 ਦੇ ਵਿੱਚ ਸੰਸ਼ੋਧਨ ਦੁਆਰਾ ਜੋੜੇ ਗਏ। ਡੀ ਉਪਰੋਕਤ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ। ਇਹਦਾ ਸਹੀ ਆਨਸਰ ਕੀ ਹੈ ਜੀ? ਸਮਾਜਵਾਦੀ ਧਰਮ ਨਿਰਪੱਖ ਸ਼ਬਦ 1950 ਵਿੱਚ ਲਾਗੂ ਸੰਵਿਧਾਨ ਵਿੱਚ ਨਹੀਂ ਸੀ। ਕਲੀਅਰ ਹੈ ਜੀ। 24ਵਾਂ ਕੁਐਸਚਨ, ਸੰਵਿਧਾਨ ਦੇ ਮੂਲ ਢਾਂਚੇ ਦੇ ਸਿਧਾਂਤ ਤੋਂ ਮਤਲਬ ਹੈ? ਇਹ ਸੰਵਿਧਾਨ ਦੇ ਕੁਝ ਮੰਤਵ ਸੰਵਿਧਾਨ ਲਈ ਮੌਲਿਕ ਹਨ, ਉਹਨਾਂ ਦਾ ਉਲੇਖ ਨਹੀਂ ਕੀਤਾ ਜਾ ਸਕਦਾ। ਬੀ ਸੰਵਿਧਾਨ ਦੇ ਉਹ ਮੂਲ ਮੰਤਵ ਜਿਨ੍ਹਾਂ ਨੂੰ ਸੰਸਦ ਦੁਆਰਾ ਵਿਧਾਨ ਸਭਾਵਾਂ ਦੀ ਅਨੁਮਤੀ ਨਾਲ ਬਦਲ ਸਕਦੀ ਹੈ। ਸੰਵਿਧਾਨ ਦੇ ਉਹ ਮੰਤਵ ਜਿਨ੍ਹਾਂ ਨੂੰ ਸਰਵਉੱਚ ਅਦਾਲਤ ਦੇ ਜੱਜਾਂ ਦੇ ਬਹੁਮਤ ਦੁਆਰਾ ਬਦਲ ਸਕਦੀ ਆ, ਜਾਂ ਫਿਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਇਹਦਾ ਸਹੀ ਆਨਸਰ ਕੀ ਬਣਦਾ ਜੀ? ਏ। 25ਵਾਂ ਕੁਐਸਚਨ, ਸੰਵਿਧਾਨ ਭਾਰਤੀ ਸੰਵਿਧਾਨ ਨੇ ਇੱਕ ਬਹੁਤ ਕਮਜ਼ੋਰ ਤੇ ਕੇਂਦਰੀ ਵਿਵਸਥਾ ਕੀਤੀ ਆ। ਸੰਵਿਧਾਨ ਨੇ ਇੱਕ ਸ਼ਕਤੀਸ਼ਾਲੀ ਕੇਂਦਰ ਦੀ ਰਚਨਾ ਕੀਤੀ ਆ, ਇੱਕ ਅਜਿਹੇ ਕੇਂਦਰ ਦੀ ਵਿਵਸਥਾ ਕੀਤੀ ਹੈ ਜੋ ਸਧਾਰਨ ਪਰਿਸਥਿਤੀਆਂ ਵਿੱਚ ਕਮਜ਼ੋਰ ਤੇ ਸੰਕਟ ਕਾਲ ਵਿੱਚ ਸ਼ਕਤੀਸ਼ਾਲੀ ਸੀ। ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਇਹਦਾ ਸਹੀ ਆਨਸਰ ਆ ਸੰਵਿਧਾਨ ਨੇ ਇੱਕ ਸ਼ਕਤੀਸ਼ਾਲੀ ਕੇਂਦਰ ਦੀ ਰਚਨਾ ਕੀਤੀ ਆ। ਅਗਲਾ 26ਵਾਂ ਕੁਐਸਚਨ, ਹੇਠਲਿਆਂ ਵਿੱਚੋਂ ਕਿਹੜਾ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ? ਕਿਹੜੀ ਹੈ ਜਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈਗੀ? ਏ ਸੰਘਾਤਮਕ ਸ਼ਾਸਨ ਪ੍ਰਣਾਲੀ ਆ, ਇੱਕ ਅਲਿਖਤੀ ਸੰਵਿਧਾਨ ਆ, ਸੀ ਸੰਵਿਧਾਨ ਸਭਾ ਦੁਆਰਾ ਨਿਰਮਿਤ ਆ, ਡੀ ਸੰਸਦਾਤਮਕ ਸ਼ਾਸਨ ਪ੍ਰਣਾਲੀ ਆ। ਇਹਦਾ ਜਿਹੜਾ ਨਹੀਂ ਹੈ, ਕਿਹੜਾ ਆਨਸਰ ਸਹੀ ਹੈਗਾ? ਇਹਦਾ ਆਨਸਰ ਆ ਜੀ ਬੀ। ਕਲੀਅਰ ਹੈ ਜੀ। ਅਗਲਾ ਕਰਦੇ ਹਾਂ 27ਵਾਂ, ਸਵਰਨਿਟੀ ਦਾ ਮੰਤਵ ਕਿਹੜਾ ਹੈਗਾ? ਇਹਦਾ ਸਹੀ ਆਨਸਰ ਹੈ ਸਾਡੇ ਕੋਲੇ ਡਾਇਵਰਸਿਟੀ। ਡਿਸੇਬਿਲਟੀਜ਼ ਕਿਹੜਾ ਮੰਤਵ ਹੈ ਇਹਦਾ? 27ਵਾਂ ਆਨਸਰ ਦਾ ਡੀ ਹੈਗਾ। ਅਗਲਾ ਕੁਐਸਚਨ ਆ 28ਵਾਂ, ਵਾਸਤਵਿਕ ਕਾਰਜਪਾਲਿਕਾ ਦੀ ਸ਼ਕਤੀ ਪ੍ਰਧਾਨ ਮੰਤਰੀ ਦੇ ਨੇਤृत्व ਵਾਲੀ ਮੰਤਰੀ ਪ੍ਰੀਸ਼ਦ ਕੋਲ ਹੈ। ਇਹਦਾ ਸਹੀ ਆਨਸਰ ਕੀ ਬਣਦਾ ਜੀ? ਡੀ ਪਾਰਲੀਮੈਂਟਰੀ ਡੈਮੋਕ੍ਰੇਸੀ। 29ਵਾਂ ਕੁਐਸਚਨ ਆ ਭਾਰਤੀ ਸੰਵਿਧਾਨ ਕਿਸ ਨੂੰ ਹਟਾਉਣ ਦੀ ਵਿਵਸਥਾ ਪ੍ਰਦਾਨ ਨਹੀਂ ਕਰਦਾ? ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸਰਵਉੱਚ ਅਦਾਲਤ ਜਾਂ ਰਾਜਪਾਲ। ਇਹਦਾ ਸਹੀ ਆਨਸਰ ਕੀ ਬਣਦਾ ਜੀ? ਰਾਜਪਾਲ। 30ਵਾਂ ਕੁਐਸਚਨ ਆ ਸੰਵਿਧਾਨ ਦਾ ਮੂਲ ਅਰਥ ਕੀ ਆ? ਸਾਰੀ ਜਨਤਾ ਦਾ ਸ਼ਾਸਨ, ਕਾਨੂੰਨ ਦਾ ਸ਼ਾਸਨ, ਜਨਤਾ ਦੁਆਰਾ ਚੁਣੇ ਗਏ ਪ੍ਰਤੀਨਿਧੀ ਦਾ ਸ਼ਾਸਨ। ਉਪਰੋਕਤ ਵਿੱਚੋਂ ਕੋਈ ਨਹੀਂ। ਇਹਦਾ ਸਹੀ ਆਨਸਰ ਕੀ ਹੈ ਜੀ? ਕਾਨੂੰਨ ਦਾ ਸ਼ਾਸਨ। 31ਵਾਂ ਕੁਐਸਚਨ, ਕਿਸ ਨੇ ਕਿਹਾ ਕਿ ਸੰਵਿਧਾਨ ਬਿਨਾਂ ਕੋਈ ਰਾਜ ਨਹੀਂ ਹੋਵੇਗਾ, ਉਹੀ ਅਰਾਜਕਤਾ ਹੋਵੇਗੀ? ਕਿਹਨੇ ਕਿਹਾ ਜੀ ਇਹ? ਜੈਨੀ ਕਲੇਕ ਨੇ, ਬੀ ਆਰ ਅੰਬੇਦਕਰ ਨੇ, ਚਰਚਿਲ ਨੇ ਜਾਂ ਜੇਮਸਨ ਨੇ? ਕਿਹਨੇ ਕਿਹਾ ਜੀ? ਜੈਨੀ ਲੇਕ ਨੇ। 32ਵਾਂ ਕੁਐਸਚਨ, ਸੰਵਿਧਾਨ ਦੇ 26 ਨਵੰਬਰ 1949 ਨੂੰ ਪਾਸ ਕਰਨ ਤੇ ਸੰਵਿਧਾਨ ਦੇ ਕਿਹੜੇ ਪ੍ਰਾਵਧਾਨ ਲਾਗੂ ਕਰ ਦਿੱਤੇ ਗਏ? ਇਹ ਨਾਗਰਿਕਤਾ, ਬੀ ਚੋਣਾਂ ਸੰਬੰਧੀ, ਸੀ ਅੰਤਰਿਮ ਸੰਸਦ ਸੰਬੰਧੀ, ਡੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਇਹਦਾ ਸਹੀ ਆਨਸਰ ਹੈ ਜੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ।
33ਵਾਂ ਕੁਐਸਚਨ, ਹੇਠਲਿਆਂ ਵਿੱਚੋਂ ਕਿਹੜੀ ਸੰਵਿਧਾਨ ਦਾ ਭਾਗ ਨਹੀਂ ਮੰਨਿਆ ਜਾਂਦਾ? ਏ ਪ੍ਰਸਤਾਵਨਾ, ਬੀ ਮੌਲਿਕ ਅਧਿਕਾਰ, ਸੀ ਨੀਤੀ ਨਿਰਦੇਸ਼ ਸਿਧਾਂਤ, ਡੀ ਮੌਲਿਕ ਕਰਤੱਵ। ਇਹਦਾ ਸਹੀ ਆਨਸਰ ਆ ਜੀ ਮੌਲਿਕ ਕਰਤੱਵ। 34ਵਾਂ ਕੁਐਸਚਨ, ਭਾਰਤੀ ਸੰਵਿਧਾਨ ਦੇ ਹੇਠ ਲਿਖੀਆਂ ਮੰਤਵਾਂ ਵਿੱਚੋਂ ਕਿਹੜਾ ਮੰਤਵ ਨੂੰ ਭਾਰਤੀ ਸਰਕਾਰ ਅਧਿਨਿਯਮ 1935 ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ? ਏ ਸੰਘ ਯੋਜਨਾ, ਬੀ ਸੰਘੀ ਨਿਆਂਪਾਲਿਕਾ ਦੀ ਸ਼ਕਤੀ, ਸੀ ਰਾਜਪਾਲ, ਡੀ ਸਾਰੇ। ਇਹਦਾ ਸਹੀ ਆਨਸਰ ਆ ਜੀ ਸਾਰੇ। 35ਵਾਂ ਕੁਐਸਚਨ, ਭਾਰਤੀ ਸੰਵਿਧਾਨ ਕਿਹੋ ਜਿਹਾ ਹੈ? ਕਠੋਰ ਆ, ਬੀ ਲਚਕੀਲਾ, ਸੀ ਨਾ ਹੀ ਕਠੋਰ ਆ ਨਾ ਹੀ ਲਚਕੀਲਾ, ਡੀ ਅੰਸ਼ਿਕ ਕਠੋਰ ਅਤੇ ਅੰਸ਼ਿਕ ਲਚਕੀਲਾ। ਇਹਦਾ ਸਹੀ ਆਨਸਰ ਕੀ ਹੈ ਜੀ? ਅੰਸ਼ਿਕ ਕਠੋਰ ਤੇ ਅੰਸ਼ਿਕ ਲਚਕੀਲਾ। ਭਾਰਤੀ ਸੰਵਿਧਾਨ ਵਿੱਚ ਸਾਡੇ ਰਾਸ਼ਟਰ ਦਾ ਉਲੇਖ ਕਿਹੜੇ ਨਾਵਾਂ ਨਾਲ ਹੈ? ਭਾਰਤ ਤੇ ਇੰਡੀਆ, ਕੇਵਲ ਭਾਰਤ, ਹਿੰਦੁਸਤਾਨ ਤੇ ਇੰਡੀਆ, ਭਾਰਤ ਹਿੰਦੁਸਤਾਨ ਤੇ ਇੰਡੀਆ। ਇਹਦਾ ਸਹੀ ਆਨਸਰ ਹੈ ਜੀ ਭਾਰਤ ਤੇ ਇੰਡੀਆ। 37ਵਾਂ ਕੁਐਸਚਨ, ਭਾਰਤੀ ਸੰਵਿਧਾਨ ਦਾ ਧਰਮ ਨਿਰਪੇਖ ਹੋਣ ਦਾ ਕੀ ਅਰਥ ਹੈ? ਇਸ ਦੇਸ਼ ਵਿੱਚ ਪੂਜਾ ਪਾਠ ਵਰਜਿਤ ਹੈ, ਧਰਮ ਨੂੰ ਦੇਸ਼ ਆਰਕਸ਼ਣ ਦਿੰਦਾ ਗਾ, ਦੇਸ਼ ਧਰਮ ਦੇ ਆਧਾਰ ਤੇ ਕੋਈ ਵੀ ਭੇਦਭਾਵ ਨਹੀਂ ਕਰਦਾ, ਇਸ ਨੂੰ ਇੱਕ ਵਿਅਕਤੀ ਕਿਰਿਆਕਲਪ ਮੰਨਦਾ ਹੈ, ਉਪਰੋਕਤ ਵਿੱਚ ਨਹੀਂ। ਇਹਦਾ ਸਹੀ ਆਨਸਰ ਕੀ ਹੈ ਜੀ? ਸੀ। 38ਵਾਂ ਕੁਐਸਚਨ, ਭਾਰਤੀ ਸੰਵਿਧਾਨ ਨੂੰ ਭਾਰਤ ਵਿੱਚ ਕਿਸ ਪ੍ਰਕਾਰ ਵਰਣਿਤ ਕੀਤਾ ਗਿਆ ਹੈ? ਏ ਰਾਜਾਂ ਦੇ ਸੰਘ ਖੇਤਰਾਂ ਦਾ ਮਹਾਸੰਘ, ਬੀ ਇੱਕ ਰਾਜਾਂ ਦਾ ਸੰਘ, ਸੀ ਭਾਰਤ ਵਰਸ਼, ਡੀ ਇੱਕ ਮਹਾ ਸੰਘੀ ਰਾਸ਼ਟਰ। ਇਹਦਾ ਸਹੀ ਆਨਸਰ ਕੀ ਬਣਦਾ? ਇੱਕ ਰਾਜਾਂ ਦਾ ਸੰਘ। 39ਵਾਂ ਕੁਐਸਚਨ, ਭਾਰਤੀ ਗਣਤੰਤਰ 26/11/1950 ਜਦ ਸੰਵਿਧਾਨ ਲਾਗੂ ਕੀਤਾ ਗਿਆ ਤਾਂ ਕਿਹੜੇ ਸ਼ਬਦ ਅੰਕਿਤ ਸਨ? ਸੌਰੀ 26/1/1950 ਹੋਊਗਾ ਇੱਥੇ, ਇਹਦੀ ਮਿਸ ਹੋ ਗਈ ਆ ਇੱਥੋਂ। 26/1/50 ਜਦ ਸੰਵਿਧਾਨ ਲਾਗੂ ਕੀਤਾ ਗਿਆ ਤਾਂ ਕਿਹੜੇ ਸ਼ਬਦ ਅੰਕਿਤ ਕੀਤੇ ਗਏ? ਲੋਕਤੰਤਰੀ ਗਣਰਾਜ, ਪ੍ਰਭੂਸੱਤਾ, ਧਰਮ ਨਿਰਪੱਖ ਤੇ ਲੋਕਤੰਤਰ, ਸੀ ਪ੍ਰਭੂਸੱਤਾ ਲੋਕਤੰਤਰੀ ਤੇ ਗਣਰਾਜ, ਪ੍ਰਭੂਸੱਤਾ ਸਮਾਜਵਾਦੀ ਧਰਮ ਨਿਰਪੱਖ ਤੇ ਲੋਕਤੰਤਰੀ। ਇਹਦਾ ਸਹੀ ਆਨਸਰ ਕਿਹੜਾ ਬਣਦਾ ਜੀ? ਪ੍ਰਭੂਸੱਤਾ ਲੋਕਤੰਤਰੀ ਤੇ ਲੋਕਤੰਤਰੀ ਗਣਰਾਜ। ਇਹ ਸ਼ਬਦ ਅੰਕਿਤ ਕੀਤੇ ਹੋਏ ਸੀਗੇ। ਅੱਗੇ 40ਵਾਂ ਕੁਐਸਚਨ, ਭਾਰਤ ਨੂੰ ਗਣਤੰਤਰੀ ਮੁੱਖ ਰੂਪ ਵਿੱਚ ਕਿਸ ਲਈ ਮੰਨਿਆ ਜਾਂਦਾ ਹੈ? ਰਾਜਾ ਅਧਿਅਕਸ਼ ਦੀਆਂ ਚੋਣਾਂ ਹੁੰਦੀਆਂ ਹਨ, ਉਸ ਨੂੰ 15 ਅਗਸਤ 1947 ਨੂੰ ਸੁਤੰਤਰਤਾ ਮਿਲੀ, ਉਸ ਦਾ ਆਪਣਾ ਅਲਿਖਤੀ ਸੰਵਿਧਾਨ ਹੈ, ਉਸ ਦੀ ਸਰਕਾਰ ਸੰਸਦੀ ਪ੍ਰਣਾਲੀ ਦੇ ਅਨੁਸਾਰ ਹੈ। ਇਹਦਾ ਸਹੀ ਆਨਸਰ ਕੀ ਹੈ ਜੀ? ਇਹ ਰਾਜ ਅਧਿਅਕਸ਼ ਦੀਆਂ ਚੋਣਾਂ ਹੁੰਦੀਆਂ ਹਨ। ਧੰਨਵਾਦ ਜੀ।